ਵੀਰ ਜੀ ਮੈਂ ਪਿਛਲੇ 4 ਸਾਲਾਂ ਤੋਂ 5 ਸਾਲਾਂ ਤੋਂ ਆਰਗੈਨਿਕ ਖੇਤੀ ਕਰਦਾ ਤੇ ਖੇਤੀ ਦੇ ਵਿੱਚ ਆਉਣ ਨਾਲ ਜਦੋਂ ਆਰਗੈਨਿਕ ਖੇਤੀ ਸ਼ੁਰੂ ਕੀਤੀ ਕੈਮੀਕਲ ਤੋਂ ਫਿਰ ਮੈਨੂੰ ਨਵੀਆਂ ਫਸਲਾਂ ਦਾ ਜਿੱਦਾਂ ਚੀਆ ਸੀਡ ਦਾ ਐਵੋਕਾਡੋ ਦਾ ਵੱਖ-ਵੱਖ ਥਾਵਾਂ ਤੇ ਜਾ ਕੇ ਮੇਲਿਆਂ ਤੇ ਜਾ ਕੇ ਪਤਾ ਲੱਗਿਆ ਵੀ ਦੁਨੀਆ ਅਸਲ 'ਚ ਕਿੱਥੇ ਖੜੀ ਆ। ਐਵੋਕਾਡੋ ਇੱਕ ਫਲ ਆ ਜੀ, ਮੈਕਸੀਕਨ ਫਲ ਆ, ਇਹਨੂੰ ਸੁਪਰ ਫੂਡ ਮੰਨਦੇ ਨੇ। ਜਿੰਨੇ ਵੀ ਹੈਲਥ ਕੌਨਸ਼ੀਅਸ ਲੋਕ ਨੇ ਚੰਡੀਗੜ੍ਹ ਦੇ ਵਿੱਚ, ਦਿੱਲੀ ਦੇ ਵਿੱਚ, ਵੱਡੇ ਸ਼ਹਿਰਾਂ ਦੇ ਵਿੱਚ ਇਹ 1200-1300 ਰੁਪਏ ਕਿਲੋ। ਕੇਲਾ ਵਗੈਰਾ ਇਹ ਮੈਂ ਮਲੇਰਕੋਟਲੇ ਮੰਡੀ 'ਚ ਵੇਚ ਕੇ ਆਉਣਾ, ਮੈਂ ਰੱਖਦਾ ਮੰਗਰੋਂ ਤੇ ਇਹਨਾਂ ਦੇ ਗਾਹਕ ਪਹਿਲਾਂ ਆ ਜਾਂਦੇ ਨੇ ਜੀ। ਹੋਰ ਚੀਜ਼ ਨੂੰ ਖੜਨਾ ਪੈਂਦਾ ਉੱਥੇ, ਘੰਟਾ ਨਾ ਵਿਕੇ, 2 ਘੰਟੇ ਨਾ ਵਿਕੇ, ਪਰ ਇਹ ਕੇਲਾ ਜਦੋਂ ਵੀ ਜਾਂਦਾ ਮੰਡੀ ਦੇ ਵਿੱਚ ਨਾਲ ਦੀ ਨਾਲ ਸੇਲ ਆਊਟ ਹੋ ਜਾਂਦਾ। ਲੋਕ ਇਹਦੀ ਸਬਜ਼ੀ ਬਣਾ ਕੇ ਖਾਂਦੇ। ਮੈਕਡੀ ਦੇ ਚਲੇ ਜਾਈਏ ਜਾਂ ਕਿਸੇ ਮਹਿੰਗੇ ਰੈਸਟੋਰੈਂਟ ਦੇ, ਲੈਮਨ ਟੀ 150-200 ਰੁਪਏ ਦਾ ਕੱਪ ਆਪਾਂ ਨੂੰ ਮਿਲਦਾ। ਇਹ ਬੂਟੇ ਦਾ ਸਿਰਫ 1-1.5 ਇੰਚ ਦਾ ਪੱਤਾ ਆਪਾਂ ਜੇ ਚਾਹ ਦੇ ਵਿੱਚ ਪਾ ਲਈਏ ਤਾਂ ਲੈਮਨ ਟੀ ਬਣ ਜੂਗੀ। ਗ੍ਰੀਨ ਟੀ ਬਣਾਉਣੀ ਆ ਤਾਂ ਗ੍ਰੀਨ ਟੀ ਦੇ ਲਈ ਸਭ ਤੋਂ ਜਿਹੜੇ ਜ਼ਰੂਰੀ ਇਨਗਰੀਡੀਐਂਟ ਨੇ, ਇੱਕ ਲੈਮਨ ਟੀ ਹੋ ਗਿਆ ਜੀ, ਸੁਹਾਂਜਣਾ ਹੋ ਗਿਆ, ਇਹਦੇ ਪੱਤਿਆਂ ਦਾ ਆਪਾਂ ਗ੍ਰੀਨ ਟੀ ਬਣਾ ਕੇ ਪੀ ਸਕਦੇ ਹਾਂ, ਜਿਹਦੇ ਨਾਲ ਆਪਣੇ ਸਰੀਰ ਨੂੰ ਇੱਕ ਤਾਂ ਮੋਟਾਪਾ ਨਹੀਂ ਆਉਂਦਾ ਜੀ, ਦੂਸਰਾ ਜਿੰਨੇ ਵੀ ਟੌਕਸਿਨ ਹੁੰਦੇ ਆਪਣੇ ਸਰੀਰ 'ਚ, ਜ਼ਹਿਰਾਂ ਹੁੰਦੀਆਂ ਨੇ, ਉਹ ਵਾਸ਼ ਆਊਟ ਕਰਨ ਦਾ ਕੰਮ ਕਰਦੇ ਆ। ਸਵਾਗਤ ਹੈ ਤੁਹਾਡਾ ਤੇ ਤੁਸੀਂ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ। ਮੈਂ ਹਾਂ ਸੁੱਖਾ ਖੇੜੀਵਾਲਾ। ਖੇਤੀ ਦੀ ਗੱਲ ਹੋ ਰਹੀ ਹੈ, ਖੇਤੀ ਕਾਨੂੰਨਾਂ ਦੀ ਵੀ ਗੱਲ ਹੋ ਰਹੀ ਹੈ, ਪਰ ਨਾਲ ਦੀ ਨਾਲ ਅਸੀਂ ਕੁਝ ਅਜਿਹੇ ਕਿਸਾਨਾਂ ਨਾਲ ਵੀ ਤੁਹਾਨੂੰ ਮਿਲਵਾਉਣੇ ਆ ਜਿਹੜੇ ਕਿਸਾਨ ਫਸਲੀ ਚੱਕਰਾਂ ਤੋਂ ਬਾਹਰ ਨਿਕਲ ਕੇ ਇੱਕ ਚੰਗੀ ਕਿਸਮ ਦੀ ਜਿਹੜੀ ਹੈਗੀ ਆ ਖੇਤੀ ਕਰਦੇ ਨੇ। ਇੱਕ ਖੇਤ ਦੇ ਵਿੱਚ ਖੜਿਆ, ਪਿੰਡ ਹਥੋਆ ਅਤੇ ਮਲੇਰਕੋਟਲੇ ਦੇ ਨਾਲ ਲੱਗਦਾ ਪਿੰਡਾਂ ਤੇ ਇੱਥੇ ਦੇ ਕੁਝ ਨੌਜਵਾਨ ਨੇ ਜਿਹੜੇ ਨੌਜਵਾਨਾਂ ਨੇ ਨਰਸਰੀ ਦੀ ਆਰਗੈਨਿਕ ਸਟੱਡੀ ਕਰਕੇ ਜਿਹੜੀ ਹੈਗੀ ਆ ਆਪਣੇ ਖੇਤਾਂ ਦੇ ਵਿੱਚ ਹੀ ਉਹਨਾਂ ਨੂੰ ਉਗਾਇਆ। ਜੀ ਹਾਂ, ਆਰਗੈਨਿਕ। ਪਹਿਲਾਂ ਤਾਂ ਇੱਧਰ ਦਿਖਾਵਾਂਗੇ ਕਿ ਇਹ ਜੋ ਫਸਲ ਕਣਕ ਦੀ ਫਸਲ ਤੁਸੀਂ ਵੇਖ ਸਕਦੇ ਹੋ, ਇਹ ਆਰਗੈਨਿਕ ਖੇਤੀ ਹੀ ਕੀਤੀ ਗਈ ਹੈ। ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੀਟਨਾਸ਼ਕ ਦਾ ਛਿੜਕਾਅ ਨਹੀਂ ਕੀਤਾ ਗਿਆ। ਕਈ ਤਰ੍ਹਾਂ ਦੀਆਂ ਵੈਰਾਈਟੀਆਂ ਜਿਹੜੀਆਂ ਨੇ ਉਹ ਉਗਾਈਆਂ ਗਈਆਂ ਨੇ। ਤੇ ਉਸ ਤਰਫ ਦੀ ਜੇਕਰ ਤਸਵੀਰ ਦਿਖਾਵਾਂਗੇ ਤਾਂ ਅੰਬ ਲੱਗਿਆ ਹੋਇਆ ਨਜ਼ਰ ਆ ਰਿਹਾ। ਹਾਲਾਂਕਿ ਛੋਟਾ ਆ ਪਲਾਂਟ ਕੀਤਾ ਆ। ਇਹ ਅੰਬ ਕਾਲੇ ਰੰਗ ਦਾ ਅੰਬ, ਪੱਤੇ ਵੀ ਕਾਲੇ ਰੰਗ ਦੇ ਤੇ ਅੰਬ ਵੀ ਕਾਲੇ ਰੰਗ ਦਾ। ਤੇ ਜੇਕਰ ਦੂਸਰੀ ਸਾਈਡ ਇੱਕ ਹੋਰ ਅੰਬ ਦਿਖਾਈਏ ਤਾਂ ਇਹ ਅੰਬ ਜਿਹੜਾ ਹੈਗਾ ਪੀਲੇ ਰੰਗ ਦਾ ਅੰਬ ਹੋਏਗਾ, ਜਾਮਣੀ ਰੰਗ ਦਾ ਅੰਬ ਹੋਏਗਾ। ਜਾਮਣੀ ਹੀ ਰੰਗ ਦਾ ਜਿਹੜਾ ਅੰਬ ਇਹ ਤੁਸੀਂ ਲੈ ਸਕਦੇ ਹੋ। ਅਤੇ ਜੇਕਰ ਗੱਲ ਕਰੀਏ ਨਾਲ ਹੀ ਤਾਂ ਸਟ੍ਰਾਬੇਰੀ ਵੀ ਜਿਹੜੀ ਹੈਗੀ ਆ ਆਰਗੈਨਿਕ ਤਰੀਕੇ ਦੇ ਨਾਲ ਇੱਥੇ ਉਗਾਈ ਗਈ ਹੈ। ਹਾਲਾਂਕਿ ਪਲਾਂਟੇਸ਼ਨ ਕੀਤੀ ਜਾ ਰਹੀ ਹੈ ਨੌਜਵਾਨ ਵੱਲੋਂ। ਹਰ ਚੀਜ਼ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਪਿਆਜ਼ ਦੀ ਇਹ ਇੱਥੇ ਫਸਲ ਆਈ ਹੈ, ਇਹਦੇ ਵਿੱਚ ਵੀ ਸੁਆਹ ਦਾ ਛਿੜਕਾਅ ਕੀਤਾ ਗਿਆ ਹੈ। ਕਹਿ ਸਕਦੇ ਹਾਂ ਕਿ ਦੇਸੀ ਤਰੀਕੇ ਦੇ ਨਾਲ ਇਹਨਾਂ ਫਸਲਾਂ ਨੂੰ ਉਗਾਉਣ ਦਾ, ਇਹਨਾਂ ਪਲਾਂਟਾਂ ਨੂੰ ਲਗਾਉਣ ਦਾ ਜਿਹੜਾ ਉਪਰਾਲਾ ਨੌਜਵਾਨ ਵੱਲੋਂ ਕੀਤਾ ਗਿਆ। ਨੌਜਵਾਨ ਵੀ ਸਾਡੇ ਨਾਲ ਨੇ। ਇਸ ਤੋਂ ਪਹਿਲਾਂ ਕਿ ਇੱਕ ਹੋਰ ਤੁਹਾਨੂੰ ਦ੍ਰਿਸ਼ ਦਿਖਾਣੇ ਆ, ਇਹ ਆੜੂ ਆ, ਉਹ ਵੀ ਕਿਸੇ ਖਾਸ ਕਿਸਮ ਦਾ ਆੜੂ ਆ। ਕਿਸ ਖਾਸ ਕਿਸਮ ਦਾ ਆੜੂ ਆ, ਕਿਸ ਖਾਸ ਕਿਸਮ ਦੇ ਇੱਥੇ ਪਲਾਂਟ ਲੱਗੇ ਨੇ ਤੇ ਕਿਸ ਖਾਸ ਕਿਸਮ ਦੇ ਇੱਥੇ ਪੈਦਾਵਾਰ ਕੀਤੀ ਗਈ ਆ। ਤੇ ਗੱਲਬਾਤ ਕਰ ਲੈਣੇ ਆ, ਸਾਡੇ ਨਾਲ ਮੌਜੂਦ ਨੇ ਨੌਜਵਾਨ ਨੇ, ਗੱਲਬਾਤ ਕਰਾਂਗੇ। ਜੀ ਭਾਜੀ, ਕੀ ਨਾਂ ਤੁਹਾਡਾ? ਬਾਈ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਂ ਜੀ ਗੁਰਸਿਮਰਨ ਸਿੰਘ ਤੇ ਮੈਂ ਆਰਗੈਨਿਕ ਖੇਤੀ ਕਰਦਾ ਜੀ ਪਿਛਲੇ 4-5 ਸਾਲ ਤੋਂ ਜੀ। ਤੇ ਪਲਾਂਟੇਸ਼ਨ ਦਾ ਮੈਨੂੰ ਸ਼ੌਕ ਆ ਜੀ, ਨਵੇਂ ਕਿਸਮ ਦੇ ਫਲਦਾਰ ਬੂਟੇ ਲੈ ਕੇ ਆਉਣੇ ਤੇ ਲਾਉਣੇ। ਤੇ ਕਈ ਯਾਰ ਦੋਸਤਾਂ ਦੇ ਫਰਮਾਇਸ਼ ਤੇ ਮੈਂ ਨਰਸਰੀ ਵੀ ਹੁਣ ਸ਼ੁਰੂ ਕਰ ਲਈ ਹੈ ਜੀ। ਨਰਸਰੀ ਦੇ ਨਾਲ ਫਿਰ ਮੈਂ ਦੋਸਤਾਂ ਦੇ ਜਾ ਕੇ ਜਗ੍ਹਾ ਦੇਖ ਕੇ ਉਹਨਾਂ ਦੇ ਪਲਾਂਟੇਸ਼ਨ ਕਰਕੇ ਉਹਨਾਂ ਦੀ ਜਿੱਦਾਂ ਵੀ ਕਿਹੜਾ ਫਲਦਾਰ ਉਹਨਾਂ ਨੂੰ ਰਿਕੁਆਇਰਮੈਂਟ ਆ, ਕਿ ਕਿਹੜੇ ਸੀਜ਼ਨ ਤੇ ਕਿਹੜੇ ਫਲ ਲੱਗਦੇ ਨੇ ਤੇ ਕਿੰਨੇ ਕੁ ਬੂਟਿਆਂ ਨਾਲ ਆਪਣੇ ਘਰ ਦਾ ਗੁਜ਼ਾਰਾ, ਫੈਮਿਲੀ ਦਾ ਗੁਜ਼ਾਰਾ, ਉਹ ਕੰਮ ਕਰਦਾ ਜੀ ਮੈਂ। ਤੇ ਆਰਗੈਨਿਕ ਖੇਤੀ ਵੀ। ਕਿੱਦਾਂ ਆਈਡੀਆ ਆਇਆ ਤੁਹਾਨੂੰ ਇਹ ਚੀਜ਼ ਕਰਨ ਦਾ? ਵੀਰ ਜੀ ਮੈਂ ਪਿਛਲੇ 4 ਸਾਲਾਂ ਤੋਂ 5 ਸਾਲਾਂ ਤੋਂ ਆਰਗੈਨਿਕ ਖੇਤੀ ਕਰਦਾ ਤੇ ਖੇਤੀ ਦੇ ਵਿੱਚ ਆਉਣ ਨਾਲ ਜਦੋਂ ਆਰਗੈਨਿਕ ਖੇਤੀ ਸ਼ੁਰੂ ਕੀਤੀ ਕੈਮੀਕਲ ਤੋਂ, ਫਿਰ ਮੈਨੂੰ ਨਵੀਆਂ ਫਸਲਾਂ ਦਾ ਜਿੱਦਾਂ ਚੀਆ ਸੀਡ ਦਾ, ਐਵੋਕਾਡੋ ਦਾ, ਵੱਖ-ਵੱਖ ਥਾਵਾਂ ਤੇ ਜਾ ਕੇ ਮੇਲਿਆਂ ਤੇ ਜਾ ਕੇ ਪਤਾ ਲੱਗਿਆ ਵੀ ਦੁਨੀਆ ਅਸਲ 'ਚ ਕਿੱਥੇ ਖੜੀ ਆ। ਐਵੋਕਾਡੋ ਦਾ ਕੀ ਹੁੰਦਾ ਜੀ? ਐਵੋਕਾਡੋ ਇੱਕ ਫਲ ਆ ਜੀ, ਮੈਕਸੀਕਨ ਫਲ ਆ, ਇਹਨੂੰ ਸੁਪਰ ਫੂਡ ਮੰਨਦੇ ਨੇ ਜੀ। ਜਿੰਨੇ ਵੀ ਹੈਲਥ ਕੌਨਸ਼ੀਅਸ ਲੋਕ ਨੇ ਚੰਡੀਗੜ੍ਹ ਦੇ ਵਿੱਚ, ਦਿੱਲੀ ਦੇ ਵਿੱਚ, ਵੱਡੇ ਸ਼ਹਿਰਾਂ ਦੇ ਵਿੱਚ ਇਹ 1200-1300 ਰੁਪਏ ਕਿਲੋ ਮਿਲਦਾ ਜੀ। ਫਿਰ ਇਹਦੇ ਬੂਟੇ ਬਾਰੇ ਰਿਸਰਚ ਕੀਤੀ ਵੀ ਕਿੱਥੋਂ ਮਿਲੂਗਾ, ਬੂਟੇ ਅਵੇਲੇਬਲ ਕੀਤੇ। ਕੁਝ 2-3 ਸਾਲ ਤੋਂ ਹਾਂਜੀ ਆਪਣੇ ਕੋਲ ਲੱਗਿਆ ਹੋਇਆ ਜੀ ਤੇ ਉਹ ਫਲ ਆ ਚੁੱਕਿਆ ਜੀ। ਇਸ ਵਾਰ ਉਹਨੂੰ ਆਪਣੇ ਫਲਾਵਰਿੰਗ ਹੋ ਚੁੱਕੀ ਹੈ। ਚਲੋ ਨਾਲ ਦੀ ਨਾਲ ਰਾਣੂ ਨੂੰ ਕਹੂੰਗਾ ਕਿ ਹੋਰ ਵੀ ਦ੍ਰਿਸ਼ ਦਿਖਾਉਂਦੇ ਜਾਣਗੇ। ਜੋ ਨਰਸਰੀ ਆ, ਇੱਥੇ ਗੰਨਾ ਵੀ ਤੁਹਾਨੂੰ ਮਿਲੇਗਾ, ਉਹ ਵੀ ਆਰਗੈਨਿਕ ਆ। ਤੇ ਇੱਥੇ ਤੁਹਾਨੂੰ ਅੰਬ ਦਾ ਬੂਟਾ ਮਿਲੇਗਾ,
ਤੁਹਾਨੂੰ ਬਿਲ ਪੱਤਰ ਜਿਹੜਾ ਹੈਗਾ ਉਹਦਾ ਬੂਟਾ ਮਿਲੇਗਾ। ਲਾਲ ਕੇਲਾ, ਜੀ ਹਾਂ ਲਾਲ ਕੇਲਾ ਤੁਹਾਨੂੰ ਇੱਥੇ ਉਹਦੇ ਪੇੜ ਵੀ ਲੱਗੇ ਨਜ਼ਰ ਆਣਗੇ। ਹੁਣ ਤੁਹਾਨੂੰ ਇੱਕ ਅਜਿਹੀਆਂ ਚੀਜ਼ਾਂ ਦੇ ਦਿਖਾਵਾਂਗੇ ਜਿਹੜੀਆਂ ਸ਼ਾਇਦ ਹੀ ਤੁਸੀਂ ਅਜਿਹੇ ਬੂਟੇ ਕੁਝ ਕਦੇ ਦੇਖੇ ਹੋਣੇ ਆ। ਇੱਕ ਕੇਲਾ ਤੁਹਾਨੂੰ ਦਿਖਾਣਿਆ ਜੋ ਇੱਥੇ ਲੱਗਿਆ ਹੋਇਆ। ਇਹ ਕੇਲਾ ਕਿਹਾ ਜਾਂਦਾ ਹੈ ਕਿ ਸਬਜ਼ੀ ਦੇ ਵਰਤਨ ਦੇ ਲਈ ਇਹ ਕੇਲਾ ਇਸਤੇਮਾਲ ਕੀਤਾ ਜਾਂਦਾ ਆ, ਸਬਜ਼ੀ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ। ਇੱਕੋ ਸਾਈਜ਼ ਦਾ ਇਹ ਕੇਲਾ ਆ। ਤੇ ਭਾਜੀ ਇਸ ਬਾਰੇ ਸਾਨੂੰ ਜਾਣਕਾਰੀ ਦਿਵੋ ਵੀ ਇਹ ਕਿਹੜਾ ਕੇਲਾ? ਇਹ ਸਬਜ਼ੀ ਵਾਲਾ ਕੇਲਾ ਕਹਿੰਦੇ ਆ ਜੀ ਇਹਨੂੰ। ਆਪਣੇ ਤਾਂ ਆਪਾਂ ਸਬਜ਼ੀ ਘੱਟ ਖਾਂਦੇ ਆ, ਪਰ ਬਿਹਾਰ ਬੰਗਾਲ ਦੇ ਲੋਕ ਇਹਨੂੰ ਬੜੇ ਚਾਅ ਨਾਲ ਤੇ ਖੁਸ਼ੀ ਨਾਲ ਖਾਂਦੇ ਆ। ਜਦੋਂ ਵੀ ਮੈਂ ਮੰਡੀ ਦੇ ਵਿੱਚ ਜਾਣਾ, ਕੈਮੀਕਲ ਮੰਡੀ ਦੇ ਵਿੱਚ ਮੈਂ ਆਪਦੀ ਆਰਗੈਨਿਕ ਜਿਣਸ ਵੇਚ ਕੇ ਆਉਣਾ, ਕਿਉਂਕਿ ਕੈਮੀਕਲ ਮੰਡੀ 'ਚ ਵਿਕਦੀ ਆ ਚੀਜ਼, ਆਰਗੈਨਿਕ ਦੀ ਮਾਰਕੀਟ ਐ ਨਹੀਂ ਖਾਸ ਨਹੀਂ। ਮੇਰੇ ਕੋਲੇ ਆਉਂਦੇ ਨੇ ਪੱਕੀਆਂ ਚੀਜ਼ਾਂ ਲੈਣ, ਤੇ ਇਹ ਪਰ ਜਿਹੜੇ ਸੀਜ਼ਨਲ ਹੁੰਦੇ ਨੇ ਕੇਲਾ ਵਗੈਰਾ ਇਹ ਮੈਂ ਮਲੇਰਕੋਟਲੇ ਮੰਡੀ 'ਚ ਵੇਚ ਕੇ ਆਉਣਾ। ਮੈਂ ਰੱਖਦਾ ਮਗਰੋਂ ਤੇ ਇਹਨਾਂ ਦੇ ਗਾਹਕ ਪਹਿਲਾਂ ਆ ਜਾਂਦੇ ਨੇ ਜੀ। ਹੋਰ ਚੀਜ਼ ਨੂੰ ਖੜਨਾ ਪੈਂਦਾ ਉੱਥੇ, ਘੰਟਾ ਨਾ ਵਿਕੇ, 2 ਘੰਟੇ ਨਾ ਵਿਕੇ, ਪਰ ਇਹ ਕੇਲਾ ਜਦੋਂ ਵੀ ਜਾਂਦਾ ਮੰਡੀ ਦੇ ਵਿੱਚ ਨਾਲ ਦੀ ਨਾਲ ਸੇਲ ਆਊਟ ਹੋ ਜਾਂਦਾ। ਲੋਕ ਇਹਦੀ ਸਬਜ਼ੀ ਬਣਾ ਕੇ ਖਾਂਦੇ ਆ। ਇਹ 25 ਰੁਪਏ 30 ਰੁਪਏ ਕਿਲੋ ਵਿਕ ਜਾਂਦਾ ਜੀ ਕਿਲੋ ਦੇ। ਤੇ ਹੋਰ ਸਾਨੂੰ ਕੁਝ ਚੀਜ਼ਾਂ ਦਿਖਾਓ। ਹੋਰ ਜੀ ਆਜੋ ਬਿਲਕੁਲ। ਤੇ ਆ ਕੇਲੇ ਦੀ ਤਸਵੀਰਾਂ ਵੀ ਮੈਂ ਇਹਨਾਂ ਨੂੰ ਕਹੂੰਗਾ ਇਹ ਵੀ ਦਿਖਾਈਆਂ ਜਾਣ। ਇਹ ਉਹੀ ਕੇਲਾ ਜੋ ਸਬਜ਼ੀ ਦੇ ਵਿੱਚ ਇਸਤੇਮਾਲ ਹੁੰਦਾ। 25 ਤੋਂ 35 ਰੁਪਏ ਕਿਲੋ ਜਿਹੜਾ ਇਹ ਕੇਲਾ ਇਹ ਵਰਤਿਆ ਜਾਂਦਾ, ਵੇਚਿਆ ਜਾਂਦਾ ਆ। ਤੇ ਇੱਕ ਖਾਸ ਕਿਸਮ ਦਾ ਇਹ ਵੀ ਆ। ਪਹਿਲਾਂ ਇਹਨਾਂ ਨੂੰ ਕਹੂੰਗਾ ਸ਼ਾਰਟ ਦਿਖਾਏ ਜਾਣ। ਇਹ ਜੀ ਸ਼ੂਗਰ ਦੀ ਬਿਮਾਰੀ ਨੂੰ ਕਿਹਾ ਜਾਂਦਾ ਕਿ ਇਸ ਦੇ ਪੱਤਿਆਂ ਦੇ ਸੇਵਨ ਕਰਨ ਦੇ ਨਾਲ ਸ਼ੂਗਰ ਦੀ ਬਿਮਾਰੀ ਕੰਟਰੋਲ 'ਚ ਆਉਂਦੀ ਆ। ਹੁਣ ਗੱਲਬਾਤ ਕਰ ਲੈਣੇ ਆ ਭਾਜੀ ਨਾਲ ਕਿ ਕੀ ਨਾਂ ਇਸ ਪਲਾਂਟ ਦਾ? ਜੀ ਇਸ ਪਲਾਂਟ ਦਾ ਨਾਂ ਜੀ ਇਨਸੂਲਿਨ ਪਲਾਂਟ ਆ ਜੀ। ਇਹ ਹੁਣ ਆਪਣੇ ਈਜ਼ੀਲੀ ਅਵੇਲੇਬਲ ਹੋ ਜਾਂਦਾ। ਮੈਂ ਇਹਦੇ ਬੂਟੇ ਤਿਆਰ ਕਰਕੇ ਨਰਸਰੀ ਵਾਲਿਆਂ ਨੂੰ ਸੇਲ ਕਰਦਾ ਜੀ, ਉਹਨਾਂ ਨੂੰ ਹੋਲਸੇਲ ਦੇ ਰੇਟ ਪ੍ਰੋਵਾਈਡ ਕਰਾਉਣਾ। ਤੇ ਇਹ ਮੇਰੇ ਮਦਰ ਪਲਾਂਟ ਨੇ ਜੀ। ਇੱਥੋਂ ਮੈਂ ਪੱਤੇ ਵੀ ਜਿਹੜੇ ਕਿਸੇ ਯਾਰ ਦੋਸਤ ਨੂੰ ਜ਼ਰੂਰਤ ਹੁੰਦੀ ਆ, ਇਹਦਾ 1 ਜਾਂ 2 ਪੱਤੇ ਡੇਲੀ ਖਾਣੇ ਹੁੰਦੇ ਆ। ਕੰਜ਼ਿਊਮ ਕਰਨ ਨੂੰ, ਟੇਸਟ ਕਰਨ ਨੂੰ ਵਧੀਆ ਜੀ। ਇਹ ਕੱਚਾ ਹੀ ਖਾਣਾ, ਇਹਨੂੰ ਤਲਣਾ ਜਾਂ ਹੋਰ ਕੁਝ ਨਹੀਂ। ਇਹਦੀ ਚਟਨੀ ਵੀ ਕੁੱਟ ਸਕਦੇ ਆ ਆਪਾਂ। ਤੇ ਇਹਦੀ ਜਿਹੜੀ ਵਰਤੋਂ ਆ ਕੱਚੇ ਦੀ ਹੋਣ ਨਾਲ ਤੇ ਆਪਣੇ ਸਰੀਰ ਦੇ ਵਿੱਚ ਇਹ ਇੰਨਾ ਕੁ ਇਫੈਕਟ ਕਰਦਾ ਵੀ ਆਪਣਾ ਜਿਹੜਾ ਸ਼ੂਗਰ ਲੈਵਲ ਇੱਕੋ ਦਮ ਹਾਈ ਤੇ ਇੱਕੋ ਦਮ ਲੋ ਹੋ ਜਾਂਦਾ, ਉਹ ਇਸ ਚੀਜ਼ ਨੂੰ ਕੰਟਰੋਲ ਕਰਦਾ। ਤੇ ਰੈਗੂਲਰ ਇਹਦੇ ਯੂਜ਼ ਨਾਲ ਜਿਹੜੀ ਸ਼ੂਗਰ ਇੱਕ ਲੈਵਲ ਤੇ ਆ ਕੇ ਟਿਕ ਜਾਂਦੀ ਹੈ, ਜਿਵੇਂ 120 ਤੇ 130 ਤੇ 150 ਤੇ ਆ ਕੇ ਖੜਨ ਲੱਗ ਜਾਂਦੀ ਹੈ। ਸਭ ਕੁਝ ਆਰਗੈਨਿਕ ਆ? ਹਾਂਜੀ, ਇਹ ਸਾਰਾ ਕੁਝ ਆਰਗੈਨਿਕ ਆ ਜੀ, ਕਦੇ ਕੈਮੀਕਲ ਨਹੀਂ ਪਾਇਆ। ਹਾਂਜੀ, ਇਹ ਵੀ ਬੀਜ ਨੇ ਮੇਰੇ ਖਿਆਲ ਚ ਕਿਸ ਚੀਜ਼ ਦੇ? ਮੂਲੀ ਦੇ ਬੀਜ ਦੇ। ਜੀ ਮੂਲੀਆਂ ਦੇ ਬੀਜ ਨੇ ਜੀ। ਤੇ ਇੱਧਰ ਇੱਕ ਹੋਰ ਮੇਰੇ ਲੱਗਿਆ ਕੁਝ ਲੱਗਿਆ ਹੋਇਆ, ਉਹ ਵੀ ਸ਼ਾਰਟ ਰਾਹ ਨੂੰ ਦਿਖਾਇਆ ਜਾਣ ਕਿ ਹਾਂਜੀ ਇਹ ਲੈਮਨ ਗ੍ਰਾਸ ਆ ਜੀ। ਤੇ ਲੈਮਨ ਗ੍ਰਾਸ ਜਿਹੜਾ ਆਪਾਂ ਲੈਮਨ ਟੀ ਪੀਂਦੇ ਆ ਜਿੱਥੇ ਜਾ ਕੇ ਵੀ, ਚਾਹੇ ਆਪਾਂ ਮੈਕਡੀ ਦੇ ਚਲੇ ਜਾਈਏ ਜਾਂ ਕਿਸੇ ਮਹਿੰਗੇ ਰੈਸਟੋਰੈਂਟ ਦੇ, ਲੈਮਨ ਟੀ 150-200 ਰੁਪਏ ਦਾ ਕੱਪ ਆਪਾਂ ਨੂੰ ਮਿਲਦਾ। ਇਹ ਬੂਟੇ ਦਾ ਸਿਰਫ 1-1.5 ਇੰਚ ਦਾ ਪੱਤਾ ਆਪਾਂ ਜੇ ਚਾਹ ਦੇ ਵਿੱਚ ਪਾ ਲਈਏ ਤਾਂ ਲੈਮਨ ਟੀ ਬਣ ਜੂਗੀ। ਗ੍ਰੀਨ ਟੀ ਬਣਾਉਣੀ ਆ ਤਾਂ ਗ੍ਰੀਨ ਟੀ ਦੇ ਲਈ ਸਭ ਤੋਂ ਜਿਹੜੇ ਜ਼ਰੂਰੀ ਇਨਗਰੀਡੀਐਂਟ ਨੇ, ਇੱਕ ਲੈਮਨ ਟੀ ਹੋ ਗਿਆ ਜੀ, ਸੁਹਾਂਜਣਾ ਹੋ ਗਿਆ। ਇਹਦੇ ਪੱਤਿਆਂ ਦਾ ਆਪਾਂ ਗ੍ਰੀਨ ਟੀ ਬਣਾ ਕੇ ਪੀ ਸਕਦੇ ਹਾਂ, ਜਿਹਦੇ ਨਾਲ ਆਪਣੇ ਸਰੀਰ ਨੂੰ ਇੱਕ ਤਾਂ ਮੋਟਾਪਾ ਨਹੀਂ ਆਉਂਦਾ ਜੀ, ਦੂਸਰਾ ਜਿੰਨੇ ਵੀ ਟੌਕਸਿਨ ਹੁੰਦੇ ਆਪਣੇ ਸਰੀਰ 'ਚ, ਜ਼ਹਿਰੀਆਂ ਹੁੰਦੀਆਂ ਨੇ, ਉਹ ਵਾਸ਼ ਆਊਟ ਕਰਨ ਦਾ ਕੰਮ ਕਰਦੇ ਆ ਜੀ। ਇਹ ਭਾਜੀ ਜੇਕਰ ਗੱਲ ਕਰੀਏ ਤਾਂ ਇਹ ਕਿੰਨੇ ਦਾ ਪੌਦਾ ਜਿਹੜਾ ਮਿਲਦਾ? ਇਹ 40 ਤੋਂ 50 ਦੇ ਵਿੱਚ ਇਹਦੀ ਕਾਸਟਿੰਗ ਹੁੰਦੀ ਆ ਜੀ। ਆਸਾਨੀ ਦੇ ਨਾਲ ਗਮਲੇ ਦੇ ਵਿੱਚ ਵੀ ਹੋ ਸਕਦਾ। ਛੋਟੇ ਜਿਹੇ ਗਮਲੇ ਦੇ ਵਿੱਚ ਘਰ ਦੇ ਕਾਰਨਰ 'ਚ ਜਿੱਥੇ ਧੁੱਪ ਜ਼ਿਆਦਾ ਪੈਂਦੀ ਆ ਆਪਾਂ ਰੱਖ ਦਈਏ ਤਾਂ ਇਹ ਸਾਰਾ ਸਾਲ ਲਗਾਤਾਰ ਆਪਾਂ ਇਹ ਤੋਂ ਪੱਤੇ ਹਾਰਵੈਸਟ ਕਰਕੇ ਚਾਹ ਦੇ ਵਿੱਚ ਪਾ ਸਕਦੇ ਹਾਂ। ਗ੍ਰੀਨ ਟੀ ਬੜੇ ਈਜ਼ੀਲੀ ਬਣਦੀ ਆ ਜੀ। ਪਰ ਜੀ ਕਿੱਦਾਂ ਜੇਕਰ ਗੱਲ ਕਰੀਏ ਚੰਗਾ, ਹੁਣ ਕਹਿ ਸਕਦੇ ਹਾਂ ਕਿ ਕਾਰੋਬਾਰ ਇੱਕ ਸਾਧਨ ਚੰਗਾ ਬਣ ਚੁੱਕਿਆ ਹੈ ਕਾਰੋਬਾਰ ਦਾ। ਜੇਕਰ ਗੱਲ ਕਰੀਏ ਸ਼ੌਕ ਦੇ ਤੌਰ ਤੇ ਤੁਸੀਂ ਆਪਣੀ ਖੇਤੀ ਆਰੰਭੀ ਸੀ, ਪਰ ਅੱਜ ਕਿਤੇ ਨਾ ਕਿਤੇ ਮੁਨਾਫਾ ਪ੍ਰੋਫਿਟ ਹੋ ਰਿਹਾ ਇਸ ਚੀਜ਼ ਤੋਂ? ਹਾਂਜੀ, ਮੈਂ ਜਦੋਂ ਸ਼ੁਰੂ ਕੀਤਾ ਸੀ ਸਿਰਫ ਆਪਦੇ ਪਰਿਵਾਰ ਲਈ 1 ਏਕੜ 'ਚ ਸ਼ੁਰੂ ਕੀਤਾ ਸੀ। ਅੱਜ ਮੈਂ ਇੱਥੇ ਜਿੱਥੇ ਖੜਾ, ਮੇਰਾ ਘਰ ਵੀ ਇੱਥੇ ਹੀ ਆ, ਮੈਂ 4 ਏਕੜ 'ਚ ਸ਼ੁਰੂ ਕਰ ਚੁੱਕੇ ਹਾਂ। 4 ਏਕੜ ਦੇ ਵਿੱਚ ਪਲਾਂਟੇਸ਼ਨ, ਨਵੇਂ ਤੋਂ ਨਵਾਂ ਪਲਾਂਟ ਲਾਉਣਾ ਮੇਰਾ ਸ਼ੌਕ ਆ। ਪਿਕਨ ਦੇ ਬੂਟੇ ਲੈ ਕੇ ਆਂਦੇ ਜੀ, ਐਵੇਕਾਡੋ ਦੇ ਲੈ ਕੇ ਆਂਦੇ, ਐਵੇਕਾਡੋ ਤੇ ਹੁਣ ਫਲ ਤੱਕ ਪਹੁੰਚ ਗਿਆ ਜੀ ਮੈਂ। ਤੇ ਮੈਂ ਤੁਹਾਨੂੰ ਦਿਖਾਉਣਾ ਜੀ, ਫਲਾਵਰਿੰਗ ਆ ਚੁੱਕੀ ਆ ਜੀ। ਸਰੋਂ ਵਗੈਰਾ ਵੀ? ਕਣਕ ਮੈਂ ਬਹੁਤ ਥੋੜੀ ਲਾਉਣਾ ਜੀ, ਕਣਕ ਘਰ ਜੋਗੀ ਲਾਉਣਾ। ਸਰੋਂ ਮੈਂ ਤੇਲ ਕਢਵਾ ਕੇ ਜਿੰਨੇ ਵੀ ਮੇਰੇ ਯਾਰ ਦੋਸਤ ਨੇ ਜਾਂ ਜਿੰਨੇ ਮੇਰੇ ਕਸਟਮਰ ਜੁੜੇ ਹੋਏ ਨੇ ਮੇਰੇ ਨਾਲ, ਮੈਂ ਉਹਨਾਂ ਨੂੰ ਪ੍ਰੋਵਾਈਡ ਕਰਾਉਣਾ ਜੀ। ਉਹਦਾ ਪ੍ਰਾਈਸ 200 ਰੁਪਏ ਰੱਖਿਆ ਹੋਇਆ ਲੀਟਰ, ਕਿਉਂਕਿ ਜਿਹੜੀ ਸਰੋਂ ਦਾ ਤੇਲ ਬਾਜ਼ਾਰ 'ਚੋਂ ਲੈਂਦੇ ਆ ਜੀ, ਉਹਦੇ ਵਿੱਚ ਖੇਲ ਬਹੁਤ ਤਗੜਾ। ਉਹਦੇ 'ਚ ਬਲੈਂਡਿੰਗ ਨਾਂ ਦੀ ਇੱਕ ਚੀਜ਼ ਹੁੰਦੀ ਆ। ਉਹ ਬਲੈਂਡਿੰਗ ਸਰਕਾਰ ਸਿੱਧੇ ਤੌਰ ਤੇ 20% ਪਾਮ ਆਇਲ ਪਾਉਣ ਨੂੰ ਕਹਿੰਦੇ ਆ।
ਵੀ ਤੁਸੀਂ ਸਰੋਂ ਦੇ ਤੇਲ 'ਚ 1 ਲੀਟਰ 'ਚ 20% ਪਾਮ ਆਇਲ ਪਾ ਸਕਦੇ ਹੋ। ਪਾਮ ਆਇਲ ਦੀ ਕੀਮਤ ਸਿਰਫ 20 ਰੁਪਏ ਹੈ ਜੀ। ਲੁਧਿਆਣੇ ਤੱਕ ਦੀ ਪਹੁੰਚ ਉਹਦੀ 22 ਰੁਪਏ ਲੀਟਰ ਹੋ ਰਹੀ ਹੈ ਜੀ। ਉਹ 20% ਤਾਂ ਸਰਕਾਰ ਕਹਿ ਰਹੀ ਹੈ ਵੀ ਤੁਸੀਂ ਸਰੋਂ ਦੇ ਤੇਲ 'ਚ ਪਾਓ, 20% ਤੇ ਕੌਣ ਖੜਦਾ ਜੀ? ਜਿਹਨੂੰ ਸਰਕਾਰ ਹੀ ਮੰਨੇ ਉਹ 40-50% ਪਾ ਦਿੰਦੇ ਆ। ਸਰੋਂ ਦਾ ਤੇਲ ਰਹਿੰਦਾ ਹੀ ਨਹੀਂ, ਉਹ ਪਾਮ ਆਇਲ ਹੀ ਬਣ ਜਾਂਦਾ। ਫਿਲਟਰ ਦੇ ਨਾਂ ਤੇ ਫਿਲਟਰ ਬਲੈਂਡਿੰਗ ਦੇ ਨਾਂ ਤੇ ਬਹੁਤ ਕੁਝ ਚੱਲ ਰਿਹਾ। ਆਪਾਂ ਪਿਓਰ ਆਰਗੈਨਿਕ ਸਰੋਂ ਆਪਣੇ ਖੇਤ 'ਚ ਪੈਦਾ ਕਰਕੇ ਉਹ ਸਰੋਂ ਦਾ ਤੇਲ ਦਿੰਦੇ ਹਾਂ। ਬਿਲਕੁਲ। ਤੇ ਭਰਾ ਜੀ ਹੋਰ ਵੀ ਆਪਾਂ ਗੱਲ ਕਰ ਲੈਣਾ। ਪਹਿਲਾਂ ਤਾਂ ਉਹ ਦਿਖਾਓ ਤੁਸੀਂ ਜਿਹੜਾ ਫਲ ਦੀ ਗੱਲ ਕਰ ਰਹੇ ਆਪਾਂ, ਐਵੋਕਾਡੋ, ਉਹਦੀ ਵੀ ਗੱਲ ਕਰਾਂਗੇ। ਭਾਜੀ ਇਹ ਕਿਸ ਚੀਜ਼ ਦਾ? ਇਹ ਵੀ ਐਵੋਕਾਡੋ ਦਾ ਦਰਖਤ ਆ ਜੀ। ਇਹ ਪਿਛਲੇ ਸਾਲ ਕੁਛ ਕੁ ਬੂਟੇ ਮਰ ਗਏ ਸੀ ਪਾਣੀ ਆਉਣ ਕਾਰਨ। ਇਸ ਖੇਤ 'ਚ ਪਾਣੀ ਆ ਗਿਆ ਸੀ, ਉਹ ਪਿਛਲੇ ਸਾਲ ਲਾਏ ਨੇ ਜੀ। ਜਿਹੜੇ ਉਦੋਂ ਪਿਛਲੇ ਸਾਲ ਦੇ ਲਾਏ ਹੋਏ ਸੀ ਜੀ 2019 ਦੇ ਵਿੱਚ, ਉਹਨਾਂ ਤੇ ਫਰੂਟਿੰਗ ਆ ਚੁੱਕੀ ਆ ਜੀ। ਤੇ ਆ ਵੀ ਆਰਗੈਨਿਕ ਕੁਝ ਇਹ ਜੀ? ਚਣੇ ਨੇ ਜੀ ਆਰਗੈਨਿਕ, ਆਪਣੇ ਖੇਤ 'ਚ ਆਪਾਂ ਉਗਾਏ ਸੀ ਬਿਨਾਂ ਪਾਣੀ ਤੋਂ, ਬਿਨਾਂ ਕਿਸੇ ਕੈਮੀਕਲ ਤੋਂ। ਪਾਣੀ ਵੀ ਨਹੀਂ ਲੱਗਿਆ ਜੀ ਇਹਨਾਂ ਨੂੰ ਇੱਕ ਵੀ। ਇਹ ਖਾਸ ਫਿਰ ਤਾਂ ਬੜੇ ਵਧੀਆ ਹੋਣਗੇ। ਹਾਂਜੀ, ਇਹਨਾਂ ਦੀ ਖਾਸੀਅਤ ਇਹੀ ਆ ਜੀ ਵੀ ਕਿਉਂਕਿ ਪਾਣੀ ਕਹਿੰਦੇ ਲੱਗ ਜਾਂਦਾ ਸੀ ਚਣੇ ਨੂੰ, ਤਾਂ ਉਹ ਛੋਲਿਆਂ ਨੂੰ ਵਧੀਆ ਨਹੀਂ ਸੀ ਮੰਨਦੇ ਜੀ ਆਪਣੇ ਬਜ਼ੁਰਗ। ਤੇ ਉਧਰ ਬੂਟਾ ਹੈਗਾ, ਉਹ ਵੀ ਦੇਖ ਲੈਣੇ, ਆਪਣੇ ਦਰਸ਼ਕਾਂ ਨੂੰ ਦਿਖਾਉਣੇ ਆ। ਇਹ ਅਜਿਹੀ ਨਰਸਰੀ ਦੇ ਵਿੱਚ ਪਹੁੰਚੇ ਆ ਜਿਹੜੀ ਨਰਸਰੀ ਕਹਿ ਸਕਦੇ ਆ ਆਰਗੈਨਿਕ ਤਰੀਕੇ ਦੇ ਨਾਲ ਇੱਥੇ ਪੌਦੇ ਉਗਾਉਂਦੀ ਆ, ਪਲਾਂਟ ਵੀ ਕਰਦੇ ਆ। ਹਾਂ, ਦੇਖ ਸਕਦੇ ਹੋ। ਹਾਂਜੀ, ਇਹ ਕਿਹੜਾ ਜੀ? ਇਹ ਐਵੋਕਾਡੋ ਦਾ ਬੂਟਾ ਜੀ। ਇਹਦੀ ਉਮਰ ਲਗਭਗ 1.5 ਸਾਲ ਆ ਜੀ। ਮੇਰੇ ਕੋਲ 2019 ਦੇ ਵਿੱਚ ਇਹ ਮੈਂ ਅਗਸਤ ਦੇ ਮਹੀਨੇ 'ਚ ਲਾਏ ਸੀ ਜੀ, ਤੇ ਹੁਣ 1.5 ਸਾਲ ਤੋਂ ਉੱਤੇ ਹੋ ਚੁੱਕਿਆ ਟਾਈਮ। ਫਲਾਵਰਿੰਗ ਆ ਚੁੱਕੀ ਆ ਜੀ ਇਸ ਵਾਰ। ਇਹਨੂੰ ਬਹੁਤ ਛੋਟੇ ਬੂਟੇ ਆਪਾਂ ਨੂੰ ਪਲਾਂਟ ਜਿਹੜੇ ਸੀ ਗਿੱਠ ਕੇ ਦੇ ਮਿਲੇ ਸੀ। ਇਹਦੀ ਗਰੋਥ ਪੱਖੋਂ ਇਹ ਕੋਈ ਕੰਪਲੇਂਟ ਨਹੀਂ, ਕੋਈ ਇਹਨੂੰ ਹਜੇ ਤੱਕ ਕੀੜਾ ਨਹੀਂ ਪਿਆ ਜੀ, ਤੇ ਕੋਈ ਛਿੜਕਾ ਨਹੀਂ ਕੀਤਾ ਜੀ। ਜੋ ਆਰਗੈਨਿਕ, ਇੱਕ ਤਾਂ ਗੋਬਰ ਗੈਸ ਦੀ ਸੈਲਰੀ ਇਹਨਾਂ ਖੇਤਾਂ 'ਚ ਆਉਂਦੀ ਆ ਪਾਣੀ ਦੇ ਨਾਲ ਹਰੇਕ ਵਾਰ, ਤੇ ਕੁਛ ਕੁ ਖਾਦਾਂ ਮੈਂ ਖੁਦ ਤਿਆਰ ਕਰ ਲੈਣਾ ਘਰੇ, ਜੀਵ ਅੰਮ੍ਰਿਤ, ਘਣ ਜੀਵ ਅੰਮ੍ਰਿਤ, ਤੇ ਬਾਕੀ ਕੁਛ ਹੁੰਦੇ ਨੇ ਜਿਵੇਂ ਪਾਥੀਆਂ ਦਾ ਪਾਣੀ, ਜਿਹਨੂੰ ਜਬਰੈਲਿਕ ਐਸਿਡ ਕਹਿ ਦਿੰਦੇ ਆ ਆਰਗੈਨਿਕ, ਉਹ ਤਿਆਰ ਕਰਕੇ ਇਹਨਾਂ ਤੇ ਸਪਰੇਅ ਕਰਦਾ, ਤੇ ਉਹ ਤੁਸੀਂ ਗਰੋਥ ਦੇਖ ਸਕਦੇ ਹੋ। ਤੇ ਫਲਾਵਰਿੰਗ ਇਸ ਵਾਰ ਇੰਨੀ ਆਈ ਆ, ਯਕੀਨ ਤੋਂ ਪਰੇ ਆ ਜੀ ਕੰਮ। 1.5 ਸਾਲ ਦੇ ਬੂਟੇ ਨੂੰ ਇੰਨੀ ਫਲਾਵਰਿੰਗ ਸੋਚ ਤੋਂ ਪਰੇ ਆ ਜੀ। ਆਓ ਜੀ ਅੱਗੇ ਵੀ ਚੱਲਦੇ ਆ। ਤੇ ਇੱਕ ਨੌਜਵਾਨ ਆ ਜਿਸਨੇ ਘਰ ਦੇ ਲਈ ਆਰਗੈਨਿਕ ਫਸਲ ਉਗਾਉਣ ਦਾ ਉਪਰਾਲਾ ਕੀਤਾ, ਪਰ ਅੱਜ ਉਹ ਚੰਗਾ ਮੁਨਾਫਾ ਕਮਾ ਰਿਹਾ। ਉਸ ਦਾ ਕਹਿਣਾ ਹੈ ਕਿ ਡਿਮਾਂਡ ਲੋਕਾਂ ਦੀ ਵਧੀਆ, ਤੇ ਉਹ ਹਰ ਤਰ੍ਹਾਂ ਦੇ ਜਿਹੜੇ ਬੂਟੇ ਨੇ ਉਹ ਇੱਥੇ ਪਲਾਂਟ ਕਰਦੇ ਨੇ, ਤੇ ਹੁਣ ਇਹਨਾਂ ਤੱਕ ਜਿਹੜੇ ਲੋਕ ਨੇ ਉਹ ਵੀ ਆ ਕੇ ਇਹਨਾਂ ਬੂਟਿਆਂ ਨੂੰ ਜਿਹੜਾ ਹੈਗਾ ਖਰੀਦਦੇ ਨੇ। ਤੇ ਇੱਕ ਨੌਜਵਾਨ ਹੋਰ ਵੀ, ਇਹਨਾਂ ਵੀ ਜਲਦੀ ਗੱਲ ਕਰਦੇ ਆ। ਆਪਾਂ ਜੀ ਕੀ ਨਾਂ? ਮੇਰਾ ਨਾਮ ਧਰਮਿੰਦਰ ਸਿੰਘ ਹੈ ਜੀ। ਹਾਂਜੀ। ਪਿੰਡ ਮੇਰਾ ਰਾੜਮਾ। ਤੇ ਵਿਹਲੇ ਟਾਈਮ ਜਾਂ ਸੰਡੇ ਦੇ ਟਾਈਮ ਵੀਰ ਕੋਲ ਆ ਜਾਂਦੇ ਨੇ, ਸਿੱਖਣ ਨੂੰ ਮਿਲਦਾ ਕੁਛ। ਕੀ ਲੱਗਦਾ ਕਿ ਇਹ ਜੋ ਵੱਖਰੀ ਕਿਸਮ ਦੇ ਬੂਟੇ ਦੇਖਣੇ ਜਿਹੜੇ ਕਹਿ ਸਕਦੇ ਆ ਕਿ ਕਾਫੀ ਚੰਗੇ ਨੇ ਸਿਹਤ ਲਈ ਵੀ? ਬਿਲਕੁਲ ਜੀ, ਬਿਲਕੁਲ। ਇਹਦਾ ਜੀ ਇੱਕ ਸੀਵਣੀ ਬੂਟੀ ਵਾਲਾ ਕੰਮ ਕਰਦਾ, ਜਿਵੇਂ ਹੁਣ ਵੀਰ ਨੇ ਦਿਖਾਇਆ ਸ਼ੂਗਰ ਲਈ। ਅੱਜ ਕੱਲ੍ਹ ਸ਼ੂਗਰ ਬਹੁਤ ਵੱਡੀ ਬਿਮਾਰੀ ਬਣ ਗਈ, ਜਿਹੜੀ ਕਿ ਮੈਡੀਕਲ ਦਵਾਈ ਨਾਲ ਵੀ ਠੀਕ ਨਹੀਂ ਹੁੰਦੀ। ਤੇ ਜਿਹੜੇ ਵੀਰ ਨੇ ਉਹ ਦਿਖਾਏ ਨੇ ਨਾ, ਉਹਦੇ ਨਾਲ ਬਹੁਤ ਜਲਦੀ ਕੰਟਰੋਲ 'ਚ ਆਉਂਦੀ ਹੈ ਸ਼ੂਗਰ। ਤੇ ਬਾਕੀ ਹੋਰ ਫਰੂਟਸ ਵਗੈਰਾ ਬਹੁਤ ਵਧੀਆ ਨੇ ਵੀਰ ਦੇ ਕੁਆਲਿਟੀਆਂ, ਤੇ ਵਧੀਆ ਟਾਈਮ ਲੱਗਦਾ ਸੀ ਹੁੰਦਾ, ਸਿੱਖਣ ਨੂੰ ਮਿਲਦੇ ਜਾਂਦੇ ਹੋਣੇ ਜੀ। ਬਿਲਕੁਲ ਵਧੀਆ ਲੱਗਦਾ ਆਰਗੈਨਿਕ। ਹਾਂ, ਬਹੁਤ ਜ਼ਿਆਦਾ ਵਧੀਆ ਲੱਗਦਾ ਜੀ, ਬਹੁਤ ਵਧੀਆ ਜੀ। ਬਿਲਕੁਲ। ਤੇ ਵੀਰ ਨੇ ਸਾਡੇ ਦੁਬਾਰਾ ਇਹਨਾਂ ਤੋਂ ਜਾਣਾਂਗੇ। ਵੀਰ ਤੁਹਾਨੂੰ ਇਹ ਦੱਸੋ ਕਿ ਫਿਰ ਇਹਦੇ ਲਈ ਕੋਈ ਖੁਰਾਕ ਜਿਹੜੀ ਹੈਗੀ ਆ, ਛਿੜਕਾਅ ਕੋਈ ਵੱਖਰੀ ਕਿਸਮ ਦਾ ਹੁੰਦਾ ਕਿੱਦਾਂ? ਹਾਂਜੀ, ਆਰਗੈਨਿਕ ਖੇਤੀ ਦੇ ਵਿੱਚ ਜਿਹੜੇ ਛਿੜਕਾਅ ਕਰਦੇ ਆ ਜੀ ਆਪਾਂ, ਉਹ ਵੱਖਰੇ ਕਿਸਮ ਦੇ ਹੁੰਦੇ ਆ। ਕਿਉਂਕਿ ਆਪਾਂ ਜੇ ਕੈਮੀਕਲ ਦੀ ਖੇਤੀ ਦੀ ਗੱਲ ਕਰੀਏ ਜੀ, ਉਹਦੇ 'ਚ ਤਾਂ ਹਰੇਕ ਚੀਜ਼ ਆਪਾਂ ਨੂੰ ਸਿੰਥੈਟਿਕਲੀ ਅਵੇਲੇਬਲ ਹੋ ਜਾਂਦੀ ਹੈ ਦੁਕਾਨਾਂ ਤੋਂ। ਪਰ ਮੈਂ ਕੋਈ ਵੀ ਚੀਜ਼ ਦੁਕਾਨਾਂ ਤੋਂ ਨਹੀਂ ਲੈਣ ਜਾਂਦਾ। ਕੁਝ ਕੁ ਚੀਜ਼ਾਂ ਜਿਵੇਂ ਪਾਥੀਆਂ ਦਾ ਪਾਣੀ ਹੋ ਗਿਆ, ਜਿਹੜੀਆਂ 6 ਮਹੀਨੇ ਪੁਰਾਣੀਆਂ ਪਾਥੀਆਂ ਨੇ, ਉਹਨਾਂ ਨੂੰ ਪਾਣੀ 'ਚ ਡੁਬੋ ਕੇ ਉਹਨਾਂ ਦਾ ਜਬਰੈਲਿਕ ਐਸਿਡ ਤਿਆਰ ਹੋ ਜਾਂਦਾ। ਲੱਸੀ, ਖੱਟੀ ਲੱਸੀ, ਉਹਦੇ ਵਿੱਚ ਆਪਾਂ ਔਲਿਆਂ ਦਾ ਜਿਹੜਾ ਸੁੱਕਾ ਪਾਊਡਰ ਆ ਉਹ ਪਾ ਕੇ ਉਹਦਾ ਛੱਟ ਰਸ ਘੋਲ, ਉਹ ਜੇ ਟਾਈਮ ਤੇ ਸਪਰੇਅ ਕਰਦੇ ਆ 15-20 ਦਿਨਾਂ ਪੁਰਾਣੀ ਲੱਸੀ ਦੀ, ਤਾਂ ਉਹ ਐਜ਼ ਏ ਗਰੋਥ ਪ੍ਰਮੋਟਰ ਕੰਮ ਕਰਦੀ ਹੈ। ਜਦੋਂ ਪੁਰਾਣੀ ਹੋ ਜਾਂਦੀ ਹੈ ਜੀ, ਫਿਰ ਉਹ ਪੈਸਟੀਸਾਈਡ ਦਾ ਕੰਮ ਕਰਦੀ ਆ, ਫੰਗੀਸਾਈਡ ਦਾ ਕੰਮ ਕਰਦੀ ਆ। ਉਹੀ ਚੀਜ਼ਾਂ ਵਰਤਦਾ ਜੀ। ਗੋਬਰ ਗੈਸ ਦੀ ਸੈਲਰੀ ਇੰਨਾ ਕੰਮ ਕਰਦੀ ਆ, ਜੇ ਤੁਸੀਂ ਉਹਦੀ ਪ੍ਰੋਪਰ ਚੈਨਲਿੰਗ ਕਰ ਲਓ, ਪ੍ਰੋਪਰ ਮੈਨੇਜਮੈਂਟ ਕਰ ਲਓ, ਤੁਹਾਨੂੰ ਕਾਸੇ ਦੀ ਵੀ ਜ਼ਰੂਰਤ ਨਹੀਂ ਪੈਂਦੀ। ਤੇ ਹਾਂ, ਕਈ ਵਾਰ ਪੈਸਟ ਜ਼ਿਆਦਾ ਹੋ ਜਾਂਦਾ ਜੇ, ਸਭ ਤੋਂ ਜ਼ਿਆਦਾ ਕੱਖਾਂ ਦੀ ਸਮੱਸਿਆ ਆਉਂਦੀ ਆ, ਤੇ ਉਹਦੇ ਲਈ ਗੁੱਡ ਗਡਈਆ ਹੀ ਹੁੰਦਾ ਜੀ। ਤੇ ਜ਼ਿਆਦਾਤਰ ਹੱਥ ਦੇ ਨਾਲ ਹੀ ਜਿਹੜਾ ਤੁਸੀਂ ਇਹਨਾਂ ਨੂੰ ਗੁੱਡਦੇ ਹੋ? ਹਾਂਜੀ, ਕੱਖਾਂ ਨੂੰ ਕੱਢਣ ਦਾ ਜਿਹੜਾ ਸਭ ਤੋਂ ਬੈਸਟ ਤਰੀਕਾ ਉਹ ਗਡਾਈ ਇਹ ਆ ਜੀ। ਤੇ ਸਾਨੂੰ ਪਤਾ ਲੱਗਿਆ ਅੰਦਰ ਮੁਰਗੇ ਵਗੈਰਾ ਵੀ ਕਿਹੜੀ ਕੁਆਲਿਟੀ ਦੇ ਨਸਲ ਦੇ ਨੇ? ਤੇ ਇੱਕ ਤਾਂ ਅਸੀਲ ਨੇ ਜੀ, ਕੜਕਨਾਥ ਨੇ, ਤੇ ਕੁਝ ਟਰਕੀਆਂ ਨੇ ਜੀ, ਉਹ ਸ਼ੌਕ ਨੂੰ ਰੱਖੀਆਂ ਹੋਈਆਂ ਨੇ ਜੀ, ਬੜਾ ਜੀ ਲਵਾ ਕੇ ਰੱਖਦੀਆਂ ਨੇ ਜੀ। ਤੇ ਜੇਕਰ ਕੋਈ ਹੋਰ ਕਿਸਾਨ ਤੁਹਾਡੇ ਜਿਹੇ ਜੀ ਖੇਤੀ ਕਰਨ ਦਾ ਚਾਹਵਾਨ ਹੋਵੇ, ਤਾਂ ਫਿਰ ਕਿਸ ਤਰ੍ਹਾਂ ਉਹਨਾਂ ਨੂੰ ਇਹ ਚੀਜ਼ ਮੁਹੱਈਆ ਹੋ ਸਕਦੀ ਹੈ? ਕਿੱਥੋਂ ਜਾਣਕਾਰੀ ਲੈ ਸਕਦੇ ਨੇ ਉਹ? ਮੇਰੇ ਕੋਲੋਂ ਜਦੋਂ ਮਰਜ਼ੀ ਆ ਜਾਣ। ਮੇਰੇ ਉਸਤਾਦ ਨੇ ਗੁਰਮਿੱਤਰ ਜੀ,
ਬਗੌਰ ਤੋਂ ਉਹਨਾਂ ਕੋਲੋਂ ਜਾਣਕਾਰੀ ਲਈ ਜਾ ਸਕਦੀ ਹੈ। ਹੁਣ ਪੂਰੇ ਪੰਜਾਬ ਦੇ ਵਿੱਚ ਲਗਭਗ 400-500 ਕਿਸਾਨ ਐਸਾ ਹੈ ਜੋ 2 ਤੋਂ ਲੈ ਕੇ 5 ਕਿੱਲਿਆਂ ਤੱਕ ਦੀ ਆਰਗੈਨਿਕ ਖੇਤੀ ਕਰਦਾ, ਤੇ ਉਹ ਬੜੇ ਵਧੀਆ ਸਕਸੈਸਫੁਲ ਮਾਡਲ ਨੇ, ਜਿਵੇਂ ਕਮਲਜੀਤ ਬਾਈ ਹੇਅਰ ਜੀ ਨੇ, ਤੇ ਹੋਰ ਕਈ ਸਾਡੇ ਦੋਸਤ ਨੇ, ਸੁਖਵਿੰਦਰ ਪੱਪੀ ਜੀ ਨੇ ਸੰਗਰੂਰ ਤੋਂ, ਉਹਨਾਂ ਦੇ ਬੜੇ ਵਧੀਆ ਮਾਡਲ। ਜੇਕਰ ਗੱਲ ਕਰੀਏ ਤਾਂ ਕਿੱਥੋਂ ਫਿਰ ਜਿਹੜੇ ਬੂਟੇ ਤੁਸੀਂ ਕਹਿੰਦੇ ਹੋ ਵੀ ਇੱਥੇ ਘੱਟ ਪਾਏ ਜਾਂਦੇ ਨੇ, ਤਾਂ ਫਿਰ ਕਿੱਥੋਂ ਉਹਨਾਂ ਨੂੰ ਕਿੱਥੋਂ ਖਰੀਦਦੇ ਹੋ? ਬਾਈ ਜਿੱਥੋਂ ਵੀ ਮੈਨੂੰ ਪਤਾ ਲੱਗ ਜਾਂਦਾ, ਜਿਵੇਂ ਵੀ ਕਿਤੋਂ ਪਤਾ ਲੱਗਿਆ ਵੀ ਕੋਈ ਬੂਟਾ ਹਿਮਾਚਲ ਚੋਂ ਮਿਲਦਾ, ਕੋਈ ਕਲਕੱਤੇ ਤੋਂ ਮਿਲਦਾ, ਕੋਈ ਬੂਟਾ ਯੂਪੀ ਚੋਂ ਮਿਲਦਾ, ਤੇ ਮੈਂ ਉੱਥੇ ਖੁਦ ਵਿਜ਼ਿਟ ਕਰਦਾ, ਉਸ ਬੂਟੇ ਬਾਰੇ ਪਤਾ ਕਰਦਾ, ਜਿਹੜੀ ਸਭ ਤੋਂ ਬੈਸਟ ਕੁਆਲਿਟੀ ਹੁੰਦੀ ਆ ਉਹਦੇ ਬਾਰੇ ਪਤਾ ਕਰਕੇ ਉਹਨੂੰ ਲੈ ਕੇ ਆਉਣਾ ਜੀ। ਫਿਰ ਉਹਦੀ ਕਲਮ ਕਰਦੇ ਹੋ ਕਿੱਦਾਂ, ਉਹਨੂੰ ਅੱਗੇ ਕਿੱਦਾਂ ਉਹਨੂੰ ਪੈਦਾਵਾਰ ਵਧਾਉਂਦੇ ਹੋ? ਅੱਗੇ ਹੁਣ ਜਿੱਦਾਂ ਜੀ ਪਿਕਨ ਦੇ, ਮੈਂ ਪਿਕਨ ਮੰਗਵਾ ਰਿਹਾ ਜੀ ਬਾਹਰੋਂ, ਵੀ ਮੈਨੂੰ ਪਿਕਨ ਦੇ ਬੀਜ ਸੀਡ ਮਿਲ ਜਾਣ ਤੇ ਮੈਂ ਉਹਨਾਂ ਨੂੰ ਜਰਮੀਨੇਟ ਕਰੂੰਗਾ, ਫਿਰ ਉਹਨਾਂ ਦੀ ਇੱਥੇ ਗ੍ਰਾਫਟਿੰਗ ਕਰੂੰਗਾ, ਜਿਹੜੇ ਆਪਣੇ ਮਾਹੌਲ 'ਚ ਪੈਦਾ ਹੋ ਜਾਣ। ਹੁਣ ਸੇਬ ਦੀ ਗੱਲ ਆ ਜੀ, ਸੇਬ ਦੀ ਐਨਾ ਤੇ 골ਡਨ ਡੋਰਸੈਟ ਹਿਮਾਚਲ 'ਚੋਂ ਲੈ ਕੇ ਆਉਂਦੀਆਂ ਨੇ ਜੀ, 2 ਵੈਰਾਈਟੀਆਂ ਨੇ। ਇਹ ਸੇਬ ਲੱਗ ਚੁੱਕੇ ਨੇ ਜੀ ਇਸ ਵਾਰ ਆਪਣੇ ਘਰ ਦੇ ਵਿੱਚ 11-12 ਸੇਬ ਲੱਗ ਚੁੱਕੇ ਨੇ ਜੀ। ਇੱਕ ਹੋਰ ਚੀਜ਼ ਉੱਧਰ ਸੀ ਉਹ ਲਗਾਈ ਹੋਈ ਹੈ ਕੁਝ, ਉਹ ਚੀਆ ਸੀਡ ਆ ਵੀਰ ਜੀ। ਚੀਆ ਸੀਡ ਜੀ ਇੱਕ ਇਹਨੂੰ ਸੁਪਰ ਫੂਡ ਮੰਨਦੇ ਨੇ ਜੀ। ਇਹਨੂੰ ਪਾਣੀ ਦੇ ਵਿੱਚ ਭਿਉਂ ਕੇ 15-20 ਮਿੰਟ ਤੋਂ ਘੰਟੇ ਦੇ ਤੱਕ ਫਿਰ ਉਹਨੂੰ ਖਾਧਾ ਜਾਂਦਾ ਜੀ, ਉਹ ਕੰਜ਼ਿਊਮ ਹੁੰਦਾ। ਉਹ ਮੈਂ ਖੁਦ ਉਗਾਉਣਾ, ਪਿਛਲੇ ਸਾਲ ਵੀ ਗਾਇਆ ਸੀ, ਤੇ 20-25 ਕਿਲੋ ਦੀ ਪਿਛਲੀ ਵਾਰ ਮੇਰੀ ਸਾਰਾ ਹੀ ਵਿਕ ਗਿਆ ਸੀ ਜੀ। ਉਹ ਵਿਦਿਨ ਮਹੀਨੇ ਕੁ ਦੇ ਵਿੱਚ ਸਾਰਾ ਹੀ ਵਿਕ ਗਿਆ ਸੀ। ਮਾਰਕੀਟਿੰਗ ਕਰਨੀ ਔਖੀ ਤਾਂ ਨਹੀਂ, ਜਾਂ ਫਿਰ ਲੋਕ ਖੁਦ ਲੱਭਦੇ ਤੁਹਾਡੇ ਤੱਕ ਆ ਜਾਂਦੇ ਨੇ? ਮਾਰਕੀਟਿੰਗ ਪਹਿਲੇ 2 ਸਾਲ ਤਾਂ ਮੈਂ ਆਪਣੇ ਲਈ ਇਹ ਕਰਦਾ ਸੀ, ਫਿਰ ਕੁਝ ਯਾਰਾਂ ਦੋਸਤਾਂ ਨੂੰ ਪਤਾ ਲੱਗਣ ਲੱਗਿਆ, ਸਰਕਲ ਦੇ ਵਿੱਚ ਖਬਰ ਲੱਗੀ, ਯਾਰਾਂ ਦੋਸਤਾਂ ਨੂੰ ਮਿਲਣ ਲੱਗਿਆ, ਪਤਾ ਲੱਗਣ ਲੱਗਿਆ, ਤੇ ਫਿਰ ਉਹਦੇ ਨਾਲ ਇਹ ਕਸਟਮਰ ਆਉਣੇ। ਹੁਣ ਮੇਰੇ ਕੋਲ ਖੁਦ ਜਿਵੇਂ ਕੋਧਰਾ, ਕੰਗਣੀ, ਰਾਗੀ, ਸਵਾਂਕ, ਜਿਹੜੇ ਆਪਣੇ ਮੂਲ ਅਨਾਜ ਨੇ, ਉਹ ਵੀ ਮੈਂ ਸੇਲ ਕਰਦਾ, ਤੇ ਫਿਰ ਡਾਕਟਰ ਆਜ਼ਾਦ ਦੇ ਨਾਲ, ਉਹਨਾਂ ਦੀ ਟੀਮ ਦੇ ਨਾਲ ਕੰਮ ਕਰਦਾ, ਤੇ ਉਹ ਜਿਹੜੇ ਜਿੱਥੇ ਮਿਲਟ ਸੇਲ ਹੁੰਦੇ ਆ ਉਹ ਦੱਸਦੇ ਆ, ਤਾਂ ਮਿਲਟ ਮੇਰੇ ਕੋਲ ਵੀ ਸੇਲ ਹੁੰਦੇ ਆ, ਤੇ ਫਿਰ ਕਸਟਮਰ ਸਿੱਧੇ ਮੈਨੂੰ ਲੱਭਦੇ, ਘਰੇ ਆ ਜਾਂਦੇ। ਜੇਕਰ ਗੱਲ ਕਰੀਏ ਤਾਂ ਲੱਗਦਾ ਕਿ ਜੇਕਰ ਕਿਸਾਨ ਇਹ ਧੰਦਾ ਅਪਣਾ ਲੈਣ ਤਾਂ ਸਕਸੈਸ ਹੋ ਸਕਦੇ ਨੇ, ਕਾਮਯਾਬ ਹੋ ਸਕਦੇ, ਸ਼ਾਰਟ ਟਾਈਮ ਦੇ ਵਿੱਚ ਕਾਫੀ ਜ਼ਿਆਦਾ ਆਮਦਨ ਵੀ ਹੋ ਸਕਦੀ ਹੈ। ਸ਼ਾਰਟ ਟਾਈਮ ਦੇ ਵਿੱਚ ਨਹੀਂ ਜੀ, ਥੋੜਾ ਜੇ ਆਪਾਂ ਸ਼ੁਰੂ ਕਰਾਂਗੇ ਇੱਕ ਲੈਵਲ ਤੋਂ, ਆਪਾਂ ਨੂੰ 1 ਏਕੜ ਤੋਂ ਸ਼ੁਰੂ ਕਰਨਾ ਪਊਗਾ। ਕੁਝ ਕੁ ਪਲਾਂਟੇਸ਼ਨ ਜ਼ਰੂਰੀ ਹੈ। ਪਲਾਂਟੇਸ਼ਨ ਕਿਉਂ ਜ਼ਰੂਰੀ ਹੈ? ਕਿਉਂਕਿ ਜਦੋਂ ਆਪਾਂ ਆਰਗੈਨਿਕ ਖੇਤੀ ਕਰਦੇ ਹਾਂ ਜੀ, ਕਈ ਤਰ੍ਹਾਂ ਦੀਆਂ ਸੁੰਡੀਆਂ ਜਾਂ ਪੈਸਟ ਉਹ ਹਮਲਾ ਕਰਦੇ ਨੇ, ਤੇ ਦਰਖਤਾਂ ਦਾ ਇੱਥੇ ਇਹ ਰੋਲ ਆ, ਜਿਹੜੀਆਂ ਚਿੜੀਆਂ ਆ ਕੇ ਇੱਥੇ ਰਹਿੰਦੀਆਂ ਨੇ, ਤੇ ਉਹ ਫਿਰ ਉਹ ਚਿੜੀਆਂ ਉਹਨਾਂ ਪੈਸਟ ਨੂੰ ਖਾਂਦੀਆਂ ਨੇ। ਇੱਕ ਤਾਂ ਆਪਾਂ ਨੂੰ ਫਰੂਟ ਹੋ ਗਿਆ। ਹੁਣ ਆ ਦੇਖੋ ਜੀ ਤੁਸੀਂ, ਲਾਈਨਾਂ ਨੇ ਇੱਥੇ ਮੇਰੇ 5-6 ਲਾਈਨਾਂ ਨੇ ਇਹ ਫਰੂਟ ਦੀਆਂ। ਲਾਈਨਾਂ ਦੇ ਵਿਚਾਲੇ ਮੈਂ ਅੱਡ ਚੀਜ਼ਾਂ, ਜਿਵੇਂ ਛੋਲੇ ਹੋ ਗਏ, ਲਸਣ ਹੋ ਗਿਆ, ਪਿਆਜ਼ ਹੋ ਗਏ, ਉਹ ਸਾਰੀਆਂ ਚੀਜ਼ਾਂ ਇੱਥੇ ਹਾਰਵੈਸਟ ਕਰ ਲੈਣਾ ਲਾਈਨਾਂ ਦੇ ਵਿੱਚ। ਫਰੂਟ ਤਾਂ ਮੇਰੇ ਖੜੇ ਨੇ, ਨਾਲੇ ਮੈਨੂੰ ਸਬਜ਼ੀਆਂ ਮਿਲੀ ਜਾਂਦੀਆਂ ਨੇ, ਨਾਲੇ ਮੈਨੂੰ ਦਾਲਾਂ ਮਿਲੀ ਜਾਂਦੀਆਂ ਨੇ, ਮੇਰੇ ਸਾਰੀ ਪ੍ਰੋਡਕਸ਼ਨ ਮੇਰੇ ਘਰ ਦੀ ਹੋ ਜਾਂਦੀ ਹੈ। ਕਹਿ ਸਕਦੇ ਹਾਂ ਕਿ ਚੰਗੀ ਆਮਦਨ ਦਾ ਸੋਰਸ ਹੈ ਇਸ 'ਚ? ਹਾਂਜੀ, ਚੰਗੀ ਆਮਦਨ ਦਾ ਸੋਰਸ ਹੈ ਜੇ ਤੁਸੀਂ ਮਾਰਕੀਟਿੰਗ ਆਪ ਕਰਦੇ ਹੋ। ਸਿਹਤ, ਮੇਰੇ ਫਾਦਰ ਸਾਹਿਬ ਨੇ 30 ਸਾਲ ਤੋਂ ਸ਼ੂਗਰ ਆ ਜੀ, ਤੇ 4 ਸਾਲ ਪਹਿਲਾਂ ਉਹ ਲਗਾਤਾਰ 20 ਦਿਨ DMC ਵੈਂਟੀਲੇਟਰ ਤੇ ਸੀ, ਤੇ 32-34.1 ਟਾਈਮ ਦੀ ਉਹ ਇਨਸੂਲਿਨ ਲੈਂਦੇ ਸੀ, ਤੇ ਅੱਜ ਉਹ ਸਿਰਫ ਇੱਕ ਗੋਲੀ ਲੈਂਦੇ ਆ ਡੇਲੀ ਦੀ, ਉਹਦੇ ਨਾਲ ਠੀਕ ਨੇ। ਕਿਉਂ? ਕਦੇ ਇਨਸੂਲਿਨ ਦਾ ਪੱਤਾ ਲੈ ਲਿਆ, ਕਦੇ ਜਿਵੇਂ ਹੁਣ ਕੋਧਰਾ, ਕੰਗਣੀ ਖਾਂਦੇ ਨੇ, ਉਹਦੇ ਨਾਲ ਕੀ ਫਰਕ ਪੈਂਦਾ ਵੀ ਇੱਕੋ ਦਮ ਜਿਹੜੀ ਸ਼ੂਗਰ ਆ ਉਹ ਅਪ ਨਹੀਂ ਹੁੰਦੀ, ਡਾਊਨ ਨਹੀਂ ਹੁੰਦੀ, ਸਟੇਬਲ ਰਹਿੰਦੀ ਹੈ, ਤੇ ਡੇ ਬਾਏ ਡੇ ਉਹਨਾਂ ਦੀ ਸ਼ੂਗਰ ਕੰਟਰੋਲ ਹੋ ਰਹੀ ਹੈ ਜੀ। ਕਹੋਗੇ ਕਿ ਧੰਦਾ ਆਪਣਾ? ਹਾਂਜੀ, ਮੈਂ ਜ਼ਰੂਰ ਕਹੂੰਗਾ, ਕਿਉਂਕਿ ਮੈਂ ਖੁਦ, ਮੇਰੀ ਸਿਹਤ, ਮੈਂ ਕੁਆਂਟਲ ਤੋਂ ਉੱਤੇ ਵਜ਼ਨ ਹੁੰਦਾ ਸੀ। ਜਦੋਂ ਤੋਂ ਮੈਂ ਕੁਦਰਤੀ ਖਾਣਾ ਪੀਣਾ ਸ਼ੁਰੂ ਕੀਤਾ, ਮੇਰਾ ਵਜ਼ਨ ਵੀ ਘਟਿਆ, ਤੇ ਮੇਰਾ ਜਿਹੜਾ ਹੋਰ ਪ੍ਰੋਬਲਮ ਸੀ, ਜਿਵੇਂ ਸਾਹ ਚੜ੍ਹਨਾ ਜਾਂ ਕੰਮ, ਹੁਣ ਮੈਂ ਹੱਥੀਂ ਕੰਮ ਕਰਦਾ, ਮੈਨੂੰ ਕੋਈ ਪਰਵਾਹ ਨਹੀਂ, ਮੈਂ ਜਿੰਨਾ ਟਾਈਮ ਮਰਜ਼ੀ ਲੱਗਿਆ ਰਾਂ, ਵਧੀਆ ਕਰੀ ਜਾਂਦਾ ਜੀ। ਬਿਲਕੁਲ ਜੀ, ਵੱਖਰੇ ਕਿਸਮ ਦੀ ਖੇਤੀ ਜਿਹੜੀ ਹੈਗੀ ਆ ਇਹ ਨੌਜਵਾਨ ਕਰ ਰਿਹਾ। ਕਈ ਤਰ੍ਹਾਂ ਦੇ ਫਰੂਟਸ ਦੇ ਜਿਹੜੇ ਪਲਾਂਟ ਲੱਗੇ ਹੋਏ ਨੇ, ਅੱਗੇ ਉਹਨਾਂ ਨੂੰ ਤਿਆਰ ਕਰਦਾ, ਤੇ ਉਹਨਾਂ ਨੂੰ ਖਰੀਦਣ ਦੇ ਲਈ ਜੋ ਕਹਿ ਸਕਦੇ ਹਾਂ ਖਰੀਦਣ ਦੇ ਲਈ ਉਹ ਕਿਤੇ ਵੀ ਜਾਂਦੇ ਨੇ, ਕਿਸੇ ਵੀ ਰਾਜ 'ਚ ਜਾਂਦੇ ਨੇ, ਸੂਬੇ ਜਾਂਦੇ ਨੇ, ਤੇ ਆਰਗੈਨਿਕ ਖੇਤੀ ਕਰਦੇ ਨੇ। ਪਿਆਜ਼, ਲਸਣ ਤੋਂ ਲੈ ਕੇ ਹਰ ਤਰ੍ਹਾਂ ਦਾ, ਛੋਲਿਆਂ ਤੋਂ ਲੈ ਕੇ ਕਣਕ, ਸਰੋਂ ਤੋਂ ਲੈ ਕੇ ਹਰ ਕਿਸਮ ਦੀ ਇੱਥੇ ਸਬਜ਼ੀ ਵੀ ਉਗਾਈ ਜਾਂਦੀ ਹੈ, ਤੇ ਫਲਾਂ ਦੇ ਬੂਟੇ ਵੀ ਲਗਾਏ ਜਾਂਦੇ ਨੇ, ਤੇ ਇੱਥੇ ਵੱਖ ਕਿਸਮ ਦੇ ਜਿਹੜੇ ਹੈਗੇ ਨੇ ਪੌਦੇ ਵੀ ਤਿਆਰ ਕੀਤੇ ਜਾਂਦੇ ਨੇ। ਸਾਰੇ ਹੀ ਆਰਗੈਨਿਕ ਨੇ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੀਟਨਾਸ਼ਕ ਨਹੀਂ ਇਸਤੇਮਾਲ ਕੀਤਾ ਜਾਂਦਾ। ਉਹਨਾਂ ਕਹਿਣਾ ਹੈ ਕਿ ਇਸ ਦੇ ਨਾਲ ਫਾਇਦਾ ਵੀ ਹੁੰਦਾ ਆ, ਤੇ ਇਸ ਦੇ ਨਾਲ ਆਮਦਨੀ ਵਿੱਚ ਵੀ ਵਾਧਾ ਹੁੰਦਾ ਹੈ, ਤੇ ਉਹਨਾਂ ਕਿਸਾਨਾਂ ਨੂੰ ਵੀ ਕਿਹਾ ਕਿ ਅਜਿਹੇ ਢੰਗ ਜ਼ਰੂਰ ਅਪਣਾ ਕੇ ਇਹ ਖੇਤੀ ਅਪਣਾਉਣੀ ਚਾਹੀਦੀ ਆ, ਜਾਣਕਾਰੀ ਲੈ ਕੇ, ਤਾਂ ਜੋ ਜਿਹੜੇ ਵਿਦੇਸ਼ ਨੌਜਵਾਨ ਜਾਂਦੇ ਨੇ, ਵਿਦੇਸ਼ਾਂ 'ਚ ਨਹੀਂ ਸਗੋਂ ਆਪਣੇ ਮੁਲਕ ਦੇ ਵਿੱਚ, ਆਪਣੀ ਧਰਤੀ 'ਤੇ ਰਹਿ ਕੇ ਹੀ ਉਹ ਅਜਿਹੀ ਖੇਤੀ ਕਰਕੇ ਚੰਗਾ ਮੁਨਾਫਾ ਕਮਾ ਸਕਦੇ ਨੇ। ਮਲੇਰਕੋਟਲਾ ਤੋਂ ਕੈਮਰਾਮੈਨ ਗੁਰਪ੍ਰੀਤ ਰਾਣੂ ਦੇ ਨਾਲ ਸੁੱਖਾ ਖੇੜੀਵਾਲਾ।